ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੈਸਿੰਗ ਆਡੀਓ ਟੀਮ ਦੇ ਵੱਲੋਂ ਹਾਂ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਸਮਰਥ ਮਾਰਗ ਯਾਨੀ ਸੱਚਾ ਮਾਰਗ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਮਾਸਟਰਸ ਆਪਣੇ ਗਿਆਨ ਨੂੰ ਜਨਤਾ ਨਾਲ ਸਾਂਝਾ ਕਰਦੇ ਸਨ। ਫਿਰ ਕੁਝ ਲੋਕ ਹੀ ਉਹਨਾਂ ਦੇ ਸ਼ਿਸ਼ਯ ਬਣ ਉਹਨਾਂ ਤੋਂ ਗਿਆਨ ਹਾਸਲ ਕਰਦੇ ਸਨ। ਸ਼ੁਰੂ ਵਿੱਚ ਬਿਨਾਂ ਕਿਸੇ ਸ਼ੰਕਾ ਦੇ, ਬਿਨਾਂ ਕਿਸੇ ਡਾਊਟ ਦੇ ਨਾਲ ਜਾਂ ਕਨਫਿਊਜ਼ਨ ਦੇ ਨਾਲ ਮਾਸਟਰਸ ਦੇ ਗਿਆਨ ਦਾ ਸੋਹਣੇ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ। ਪਰ ਕੁਝ ਪੀੜ੍ਹੀਆਂ ਬਾਅਦ ਆਉਣ ਵਾਲੇ ਸ਼ਿਸ਼ਯ ਦੇ ਅੱਗੇ ਜਿਹੜੇ ਸ਼ਿਸ਼ਯ ਸਨ, ਇੱਕ ਤੇ ਉਹਨਾਂ ਦੇ ਵਿੱਚ ਬੇਈਮਾਨੀ ਦੇ ਕਾਰਨ, ਦੂਜਾ ਮਾਸਟਰਸ ਦੀ ਇਨਵੋਲਵਮੈਂਟ ਜਾਂ ਉਹਨਾਂ ਦੇ ਨਾਲ ਡਾਇਰੈਕਟ ਲਿੰਕ ਨਾ ਹੋਣ ਦੇ ਕਾਰਨ ਉਹ ਸਹੀ ਗਿਆਨ ਪ੍ਰਾਪਤ ਨਹੀਂ ਕਰ ਪਾਏ। ਇਸ ਸਮੇਂ ਜਨਤਾ ਨੇ ਵੀ ਦੂਜੇ ਲੋਕਾਂ ਦੇ ਬਾਰੇ ਵਿੱਚ ਆਪਣੇ ਆਪਣੇ ਵਿਚਾਰਾਂ ਦੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਸੀ। ਰੱਬ ਦੇ ਬਣਾਏ ਹੋਏ ਲੋਕ ਵਿੱਚ ਇੱਕ ਚੰਗਾ ਤੇ ਦੂਜਾ ਮਾੜਾ ਕਿਉਂ? ਜੇ ਸਾਡੇ ਤੋਂ ਅਗਿਆਨਤਾ ਦੇ ਕਾਰਨ ਗਲਤੀ ਹੋਈ ਹੈ ਤਾਂ ਰੱਬ ਕਿਵੇਂ ਸਾਨੂੰ ਦੰਡ ਦੇ ਸਕਦਾ ਹੈ? ਇਸ ਤਰ੍ਹਾਂ ਦੇ ਅਨੇਕ ਸਵਾਲਾਂ ਦੇ ਜਵਾਬ ਦੇਣ ਖਾਤਰ ਸ਼ਿਸ਼ਯਾਂ ਨੇ ਆਪਣੀ ਇਮੈਜੀਨੇਸ਼ਨ ਦਾ ਸਹਾਰਾ ਲੈ ਕੇ ਜਨਤਾ ਦੇ ਉੱਤੇ ਆਪਣਾ ਕੰਟਰੋਲ ਕਰਨ ਦੇ ਮਨਸੂਬੇ ਨਾਲ ਸਵਰਗ ਤੇ ਨਰਕ ਦੀ ਪੁਸ਼ਟੀ ਕੀਤੀ। ਅੱਛੇ ਕੰਮ ਕਰਨ ਵਾਲੇ ਸਵਰਗ ਜਾਣਗੇ ਤੇ ਬੁਰੇ ਕੰਮ ਕਰਨ ਵਾਲੇ ਨਰਕ। ਇਸ ਤਰ੍ਹਾਂ ਦਾ ਗਿਆਨ ਵੀ ਲੋਕਾਂ ਦੇ ਵਿੱਚ ਫੈਲਾਇਆ ਗਿਆ। ਪਰ ਇਹ ਸਾਰੇ ਪ੍ਰਸ਼ਨ ਪੈਦਾ ਹੀ ਕਿਉਂ ਹੋਏ? ਇਸ ਵਾਸਤੇ ਉਸ ਵੇਲੇ ਦੀ ਸਮਾਜਿਕ ਸਥਿਤੀ ਸਮਝਣ ਦੀ ਲੋੜ ਹੈਗੀ। ਉਸ ਸਮੇਂ ਪ੍ਰਜਾ ਆਪਣੀ ਜੀਵਿਕਾ ਕਮਾਉਣ ਦੇ ਅਨੁਸਾਰ ਅਲੱਗ-ਅਲੱਗ ਵਰਗਾਂ ਦੇ ਵਿੱਚ ਵੰਡੀ ਹੋਈ ਸੀ। ਜ਼ਿਆਦਾਤਰ ਲੋਕਾਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ ਸੀ। ਕੇਵਲ ਉੱਚੇ ਵਰਗ ਦੇ ਲੋਕਾਂ ਨੂੰ ਹੀ ਵਿੱਦਿਆ ਗ੍ਰਹਿਣ ਕਰਨ ਦੀ ਸੁਵਿਧਾ ਸੀ। ਨੀਚੇ ਵਰਗ ਦੇ ਲੋਕਾਂ ਨੂੰ ਅਨਪੜ੍ਹ ਹੋਣ ਦੇ ਕਾਰਨ ਮਾਸਟਰਸ ਦੇ ਦਿੱਤੇ ਅਸਲੀ ਸਿੱਖਿਆਵਾਂ ਦੀ ਜਾਣਕਾਰੀ ਨਹੀਂ ਹੋ ਪਾਉਂਦੀ ਸੀ। ਉਹਨਾਂ ਨੂੰ ਸਿੱਖਿਆਵਾਂ ਦੇ ਖਾਤਰ ਦੂਜਿਆਂ ਦੇ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਸੀ। ਆਪਣੇ ਫਾਇਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਵਰਗੀ ਲੋਕਾਂ ਨੇ ਸਵਰਗ ਨਰਕ ਦਾ ਗਿਆਨ ਦੇ ਕਰ ਜਨਤਾ ਦੇ ਮਨ ਨੂੰ ਕਲੂਸ਼ਿਤ ਕੀਤਾ। ਆਪਣੇ ਗਿਆਨ ਦੀ ਪੁਸ਼ਟੀ ਵਾਸਤੇ ਮੂਰਤੀ ਪੂਜਾ ਤੇ ਮੰਦਿਰ ਬਣਾਉਣੇ ਸ਼ੁਰੂ ਕਰਤੇ। ਆਪਣੀ ਇਮੈਜੀਨੇਸ਼ਨ ਤੋਂ ਬਹੁਤ ਸਾਰੇ ਭਗਵਾਨ ਵੀ ਬਣਾਏ। ਜਿਹੜੇ ਬਾਤਚੀਤ ਕਰਨ ਵਿੱਚ ਚਤੁਰ ਸਨ, ਉਹਨਾਂ ਨੇ ਪ੍ਰਜਾ ਦੇ ਨਾਲ ਖਿਲਵਾੜ ਕੀਤਾ। ਬਾਅਦ ਵਿੱਚ ਸ਼ਿਸ਼ਯ ਨੇ ਕਿ ਇਹ ਸਭ ਮਨਘੜੰਤ ਹੈਗਾ ਭੁੱਲ ਕੇ ਜਨਤਾ ਦੇ ਵਿਸ਼ਵਾਸ ਤੇ ਭਾਵਨਾ ਤੇ ਸ਼ਰਧਾ ਤੋਂ ਬਣਾਏ ਗਏ ਮੰਦਿਰਾਂ ਦੀ ਮੂਰਤੀਆਂ ਦੇ ਵਿੱਚ ਵਿਸ਼ਵਾਸ ਕਰਨਾ ਦਿਖਾਉਣਾ ਸ਼ੁਰੂ ਕਰਤਾ। ਇਸ ਤਰ੍ਹਾਂ ਦੀ ਗਲਤੀਆਂ ਕਰਨ ਦੇ ਬਾਵਜੂਦ ਵੀ ਆਪਣੇ ਜੀਵਨ ਵਿੱਚ ਕੜੀ ਮਿਹਨਤ ਤੇ ਅਨੁਸ਼ਾਸਨ ਦੇ ਕਾਰਨ ਉਹ ਸਭ ਸ਼ਿਸ਼ਯ ਉੱਨਤ ਲੋਕਾਂ ਦੇ ਵਿੱਚ ਹੀ ਗਏ। ਆਪਣੀ ਪ੍ਰਾਕ੍ਰਿਤਿਕ ਸਹਿਜ ਸੁੰਦਰਤਾ ਦੀ ਵਜ੍ਹਾ ਦੇ ਕਾਰਨ ਬਹੁਤ ਹੀ ਅਦਭੁਤ ਉਸ ਲੋਕ ਨੂੰ ਹੀ ਸ਼ਿਸ਼ਯ ਨੇ ਸਵਰਗ ਸਮਝਿਆ ਤੇ ਉੱਥੇ ਇੱਕ ਰੂਪ ਦੀ ਕਲਪਨਾ ਕਰ ਰੱਬ ਦੀ ਖੋਜ ਕੀਤੀ। ਆਪਣੀ ਆਪਣੀ ਮਨ ਦੀ ਇੱਛਾ ਦੇ ਅਨੁਸਾਰ ਜਿਸ ਤਰ੍ਹਾਂ ਦੇ ਰੱਬ ਦੀ ਕਲਪਨਾ ਕੀਤੀ, ਉਸੇ ਹੀ ਰੂਪ ਵਿੱਚ ਉਹਨਾਂ ਨੇ ਰੱਬ ਦੇ ਦਰਸ਼ਨ ਕੀਤੇ। ਉਹਨਾਂ ਨੂੰ ਆਪਣੇ ਭਵਿੱਖ ਦੀ ਉੱਨਤੀ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਸੀ। ਜਿਹੜੀ ਉਹਨਾਂ ਨੇ ਅਨੁਭੂਤੀ ਕੀਤੀ ਹੈ, ਉਹਦਾ ਅਨੁਸਰਨ ਕਰਨ ਦੇ ਬਜਾਏ, ਉਹਨੂੰ ਅੱਗੇ ਵਧਾਉਣ ਦੇ ਬਜਾਏ ਉਹਨਾਂ ਨੇ ਸੁਖ ਵਿਲਾਸ ਦੇ ਰੂਪ ਵਿੱਚ ਆਪਣੇ ਪੁੰਨੇ ਕਰਮ ਨੂੰ ਭੋਗਣ ਵਿੱਚ ਹੀ ਸਾਰਾ ਸਮੇਂ ਬਿਤਾ ਦਿੱਤਾ। ਜਦ ਤੱਕ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਕਾਫੀ ਦੇਰ ਹੋ ਚੁੱਕੀ ਸੀ। ਵਾਪਸ ਜਨਮ ਲੈਣ ਦਾ ਵਕਤ ਆ ਗਿਆ ਸੀ।
ਉਸ ਸੁੰਦਰ ਲੋਕ ਵਿੱਚ ਲੰਬੇ ਸਮੇਂ ਤੱਕ ਰਹਿਣ ਦੇ ਕਾਰਨ ਉਹਦੀ ਸੁੰਦਰਤਾ ਅਤੇ ਮਹਾਨਤਾ ਦੀ ਪ੍ਰਿਥਵੀ ਦੇ ਉੱਤੇ ਆਪਣੇ ਜੀਵਨ ਵਿੱਚ ਉਹ ਕਮੀ ਮਹਿਸੂਸ ਕਰ ਰਹੇ ਸਨ। ਉਸ ਸੁੱਖ ਦੇ ਆਨੰਦ ਨੂੰ ਫਿਰ ਤੋਂ ਪਾਉਣ ਦੀ ਪ੍ਰਬਲ ਇੱਛਾ ਦੇ ਕਾਰਨ ਆਪਣੀ ਸੋਚ ਨੂੰ ਹੀ ਸੱਚਾ ਮੰਨ ਕੇ ਜੀਵਨ ਬਿਤਾ ਰਹੇ ਸਨ। ਦੂਜੇ ਸਮੂਹ ਵਾਲੇ ਜਿਨ੍ਹਾਂ ਨੇ ਗਲਤੀ ਦੇ ਨਾਲ ਗਲਤੀ ਕੀਤੀ, ਪਰ ਉਸ ਗਲਤੀ ਦੇ ਗਿਲਟ ਦੇ ਕਾਰਨ ਉਹਨਾਂ ਨੇ ਆਪਣੇ ਵਾਸਤੇ ਸਜ਼ਾ ਦੇ ਰੂਪ ਵਿੱਚ ਨਰਕ ਦੀ ਕਲਪਨਾ ਕੀਤੀ। ਜਿਹੜੀ ਕਹਾਣੀਆਂ ਉਸ ਸਮੇਂ ਪ੍ਰਚਲਿਤ ਸਨ, ਉਸ ਦੇ ਅਨੁਸਾਰ ਹੀ ਉਹਨਾਂ ਨੇ ਆਪਣੇ ਵਾਸਤੇ ਸਜ਼ਾ ਦਾ ਅੰਦਾਜ਼ਾ ਲਗਾਉਣਾ ਸ਼ੁਰੂ ਕਰਤਾ। ਇਸ ਕਰਕੇ ਪ੍ਰਿਥਵੀ 'ਤੇ ਆਪਣਾ ਜੀਵਨ ਪੂਰਾ ਕਰਕੇ ਜਦੋਂ ਉੱਨਤ ਲੋਕਾਂ ਵਿੱਚ ਗਈਆਂ, ਉੱਥੇ ਉਹਨਾਂ ਨੇ ਆਪਣੇ ਵਾਸਤੇ ਨਰਕ ਨੂੰ ਹੀ ਵੇਖਿਆ। ਅਸਲ ਵਿੱਚ ਨਰਕ ਜਿਹਾ ਕੁਝ ਵੀ ਨਹੀਂ ਹੈ। ਸੂਖਸ਼ਮ ਤੋਂ ਸੂਖਸ਼ਮ ਲੋਕ ਵੀ ਹੋਣ ਦੇ ਕਾਰਨ ਉਹ ਚੰਗਾ ਲੋਕ ਹੀ ਹੈ, ਪਰ ਆਤਮਾ ਦੀ ਮਾੜੀ ਸੋਚ ਦੇ ਕਾਰਨ ਹੀ ਉਹ ਬੁਰਾ ਲੋਕ ਹੋ ਗਿਆ। ਜਦ ਕੋਈ ਗਿਆਨ ਪ੍ਰਾਪਤ ਯੋਗੀ ਇਸ ਲੋਕ ਵਿੱਚ ਜਾਵੇ ਤੇ ਨਰਕ ਜਿਹਾ ਕੁਝ ਵੀ ਨਹੀਂ ਹੈ, ਇਸ ਸਭ ਨੂੰ ਸਮਝ ਆ ਜਾਵੇਗਾ। ਸਭ ਤੋਂ ਜ਼ਰੂਰੀ ਹੈ ਭਰੋਸਾ, ਵਿਸ਼ਵਾਸ। ਯਦ ਭਾਵਮ ਤਦ ਭਵਤੀ। ਕਦੀ ਵੀ ਗਲਤ ਵਿਸ਼ਵਾਸ ਨੂੰ ਮਹੱਤਤਾ ਨਹੀਂ ਦੇਣੀ ਚਾਹੀਦੀ। ਇਸ ਲੋਕ ਵਿੱਚ ਮਾੜੀ ਅਤੇ ਚੰਗੀ ਸਾਰੀ ਆਤਮਾਵਾਂ ਆਪਣੇ ਕਰਮਾਂ ਦੇ ਅਨੁਸਾਰ ਅਤੇ ਆਪਣੀ ਆਪਣੀ ਕਾਲਪਨਿਕਤਾ ਦੀ ਵਜ੍ਹਾ ਦੇ ਨਾਲ ਹੀ ਕਸ਼ਟ ਉਠਾਉਂਦੀ ਹੈ। ਇਸ ਅਗਿਆਨ ਨੂੰ ਦੂਰ ਕਰਨਾ ਅਸੀਂ ਸਾਰਿਆਂ ਦਾ ਫਰਜ਼ ਹੈ। ਅੰਧ ਵਿਸ਼ਵਾਸ ਬੇੜੀਆਂ ਨੂੰ ਕੱਟ ਕੇ ਹੀ ਆਪਣੀ ਉੱਨਤੀ ਕਰ ਸਕਦੇ ਹਾਂ। ਅੰਧ ਵਿਸ਼ਵਾਸ ਮਾਰਗ ਤੋਂ ਭਟਕਾਉਂਦਾ ਹੀ ਹੈ। ਇਸ ਗਿਆਨ ਨੂੰ ਸਮਝ ਕਰ ਬਹੁਤ ਸਾਰੀ ਆਤਮਾ ਲੋਕਾਂ ਦਾ ਅੰਧ ਵਿਸ਼ਵਾਸ ਦੂਰ ਕਰਨ ਦੀ ਕੋਸ਼ਿਸ਼ ਵਿੱਚ ਹਨ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਉੱਚ ਲੋਕਾਂ ਦੇ ਮਾਸਟਰਸ ਨੇ ਪਹਿਲੇ ਕਿਉਂ ਨਹੀਂ ਇਸ ਵਿਨਾਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਕਿਉਂਕਿ ਉਹਨਾਂ ਨੂੰ ਤਦ ਫ੍ਰੀ ਵੀਲ ਦੇ ਖੇਤਰ ਦੀ ਜਨਤਾ ਨੂੰ ਸਮਝਾਉਣ ਦੀ ਸ਼ਕਤੀ ਨਹੀਂ ਸੀ। ਹੁਣ ਉਹ ਆਪਣੀ ਉੱਨਤੀ ਕਰਕੇ ਜ਼ਿਆਦਾ ਸ਼ਕਤੀ ਅਤੇ ਗਿਆਨ ਪਾ ਕੇ ਪ੍ਰਜਾ ਦੇ ਬਣਾਏ ਹੋਏ ਅੰਧ ਵਿਸ਼ਵਾਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸਲ ਵਿੱਚ ਆਤਮਾ ਦੀ ਉੱਨਤੀ ਵਾਸਤੇ ਸਵਰਗ ਲੋਕ ਦਾ ਗਿਆਨ ਨਰਕ ਦੇ ਗਿਆਨ ਤੋਂ ਵੀ ਜ਼ਿਆਦਾ ਨੁਕਸਾਨਦਾਇਕ ਅਤੇ ਖਤਰਨਾਕ ਹੈ। ਨਰਕ ਦੇ ਗਿਆਨ ਵਿੱਚ ਆਤਮਾ ਜਾਗਰੂਕ ਹੋ ਆਪਣੇ ਹਿੱਸੇ ਦੇ ਧਨ ਨੂੰ ਭੋਗ ਕੇ ਇਹ ਜਾਣ ਜਾਂਦੀ ਹੈ ਕਿ ਫਾਈਨਲ ਡੈਸਟੀਨੇਸ਼ਨ ਇਹ ਨਹੀਂ ਹੈ, ਪਰ ਸਵਰਗ ਲੋਕ ਦਾ ਭਰਮ ਅਤੇ ਗਿਆਨ ਜ਼ਿਆਦਾ ਭਰਮ ਪੈਦਾ ਕਰਦੇ ਹੋਏ ਇਸ ਵਿਸ਼ਵਾਸ ਨੂੰ ਪੱਕਾ ਕਰਦਾ ਹੈ ਕਿ ਕੇਵਲ ਇਸ ਲੋਕ ਵਿੱਚ ਹੀ ਸਾਰੇ ਸੁੱਖਾਂ ਦਾ ਅਨੁਭਵ ਹੋ ਸਕਦਾ ਹੈ। ਉਹ ਉਸ ਲੋਕ ਨੂੰ ਹੀ ਸੱਚ ਸਮਝ ਕੇ ਇਸ ਤੋਂ ਵਧੀਆ ਨਾ ਤਾਂ ਕੋਈ ਹੋਰ ਜਗ੍ਹਾ ਹੈ, ਨਾ ਹੀ ਕੁਝ ਕਰਨ ਵਾਸਤੇ ਬਚਿਆ ਹੈ, ਬਸ ਇਸ ਸਮਝ ਨੂੰ ਹੀ ਮੰਨ ਕੇ ਚੱਲਦੇ ਨੇ। ਪਰ ਸੱਚਾਈ ਤਾਂ ਬਿਲਕੁਲ ਹੀ ਇਸ ਤੋਂ ਉਲਟੀ ਹੈਗੀ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ। ਸ਼ੁਕਰੀਆ, ਧੰਨਵਾਦ।